Hello students, CEP 2025-26 क्लास 8 ਸਬਜੈਕਟ ਮੈਥਸ ਦੀ ਵਰਕਸ਼ੀਟ 5 ਆ ਚੁੱਕੀ ਹੈ। ਇਸ ਦੇ ਵਿੱਚ ਕੰਪੀਟੈਂਸੀਜ਼ 1.4, 1.5, 1.6 ਡਿਸਕਸ ਕੀਤੀਆਂ ਜਾ ਰਹੀਆਂ ਨੇ। ਇਹਦੇ ਵਿੱਚ ਬੇਟਾ ਹੋਲ ਨੰਬਰਸ, ਫ੍ਰੈਕਸ਼ਨਸ, ਇੰਟੀਜਰਸ ਦੇ ਬਾਰੇ ਗੱਲ ਹੋਏਗੀ। ਆਈਡੀਆ ਆਫ ਪਰਸੈਂਟੇਜ ਡਿਸਕਸ ਕੀਤਾ ਜਾਏਗਾ ਤੇ ਤੁਸੀਂ ਪ੍ਰਤੀਸ਼ਤ ਨੂੰ, ਪਰਸੈਂਟੇਜ ਨੂੰ ਕਿਵੇਂ ਡੇਲੀ ਲਾਈਫ ਪ੍ਰੋਬਲਮਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਉਹ ਵੀ ਆਪਾਂ ਸਿੱਖਾਂਗੇ। ਐਸੀ ਤਰੀਕੇ ਨਾਲ ਆਪਾਂ ਫ੍ਰੈਕਸ਼ਨਸ, ਰੇਸ਼ੀਓਜ਼ ਔਰ ਡੈਸੀਮਲ ਫਾਰਮ ਦੇ ਵਿੱਚ ਸਿੱਖਾਂਗੇ ਔਰ ਡੇਲੀ ਲਾਈਫ ਸਿਚੁਏਸ਼ਨ ਵਿੱਚ ਕੀ ਯੂਜ਼ ਹੈ ਉਹ ਵੀ ਦੇਖਾਂਗੇ। ਤਾਂ ਸ਼ੁਰੂ ਕਰਦੇ ਹਾਂ। In a classroom, 28 desks are occupied from a total of 45 and 17 are empty. ਇੱਕ ਕਲਾਸ ਦੇ ਵਿੱਚ ਕੁੱਲ 45 ਵਿੱਚੋਂ 28 ਡੈਸਕ ਭਰੇ ਹਨ ਤਾਂ ਕੁੱਲ ਆਪਣੇ ਕੋਲ ਕਿੰਨੇ ਹੈ 45। 28 ਭਰੇ ਹਨ ਤਾਂ C option is the right option. Next question. Positive integers are always greater than 0. ਧਨਾਤਮਕ ਸੰਪੂਰਕ ਸੰਖਿਆਵਾਂ ਹਮੇਸ਼ਾ 0 ਤੋਂ ਵੱਡੀਆਂ ਹੁੰਦੀਆਂ ਨੇ। Which of the following number when multiplied by -5 gives -60? ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਨੂੰ -5 ਨਾਲ ਗੁਣਾ ਕਰਨ ਤੇ -8 ਪ੍ਰਾਪਤ ਹੁੰਦਾ ਹੈ? ਤਾਂ -5 ਨੂੰ ਬੇਟਾ ਜੇ ਆਪਾਂ 12 ਨਾਲ ਗੁਣਾ ਕਰਾਂਗੇ ਤਾਂ -8 ਆ ਜਾਊਗਾ। -8 ਨੂੰ -5 ਨਾਲ ਡਿਵਾਈਡ ਕੀਤਾ ਤਾਂ ਕਿੰਨਾ ਆ ਗਿਆ ਆਪਣੇ ਕੋਲ +12। Question number 4. The value of 5/0 is undefined. ਇਹਨੂੰ ਆਪਾਂ ਸੋਲਵ ਨਹੀਂ ਕਰ ਸਕਦੇ ਬੇਟਾ, 0 ਨਾਲ ਡਿਵੀਜ਼ਨ ਨਹੀਂ ਹੋ ਸਕਦਾ। On the number line which is closest to 100, ਸੰਖਿਆ ਰੇਖਾ ਦੇ ਉੱਪਰ ਸਭ ਤੋਂ ਨਜ਼ਦੀਕ ਕਿਹੜੀ ਸੰਖਿਆ ਹੈ? 0 ਦੇ ਸਭ ਤੋਂ ਨਜ਼ਦੀਕ। ਅਗਰ ਆ ਆਪਣੀ ਸੰਖਿਆ ਰੇਖਾ ਹੈ, ਇੱਥੇ ਆਪਾਂ ਬਣਾ ਲਿਆ 0, ਠੀਕ, ਤੇ ਇੱਥੇ 1 2 3, ਇੱਥੇ -1 -2 -3, ਇਹ ਇੱਧਰਲੇ ਪਾਸੇ ਜਾ ਰਹੀ ਹੈ ਔਰ ਇਹ ਇੱਧਰਲੇ ਪਾਸੇ ਜਾ ਰਹੀ ਹੈ। ਹੁਣ ਆਪਾਂ ਦੇਖੀਏ -2 ਦੇ ਵਿੱਚ ਆ 1 ਤੇ 2 ਗੈਪਸ ਨੇ, ਠੀਕ, 0 ਦੇ। ਜਿਹੜਾ 4 ਹੈ ਉਹ ਇੱਧਰ ਬਣੇਗਾ ਤੇ 4 ਗੈਪਸ ਹੋ ਗਏ ਇੱਥੇ। -8 ਫਰਦਰ ਇੱਧਰ ਹੈ ਤਾਂ 8 ਗੈਪਸ ਹੋਣਗੇ। 7 ਇੱਧਰ ਨੂੰ ਫਰਦਰ ਹੈ ਤਾਂ 7 ਗੈਪਸ ਹੋਣਗੇ। ਤਾਂ ਕਲੋਜ਼ਸਟ ਜਿਹੜੀ ਹੈ ਬੇਟਾ ਉਹ -2 ਹੈ। ਜੇ A -6 ਹੈ, B 8 ਹੈ ਤਾਂ A - B ਕੀ ਹੋਵੇਗਾ? A - B, ਠੀਕ ਹੈ, ਇਜ਼ ਇਕੁਅਲਸ ਟੂ -6 - 8 ਇਜ਼ ਇਕੁਅਲਸ ਟੂ -14। ਦੋਨੋਂ ਹੀ ਨੰਬਰਸ ਮਾਈਨਸ ਦੇ ਨੇ ਤਾਂ ਐਡ ਹੋ ਜਾਣਗੇ ਤਾਂ 14 ਆ ਗਿਆ। ਲੇਕਿਨ 8 ਵੱਡਾ ਹੈ ਤਾਂ ਵੱਡੇ ਨੰਬਰ ਦਾ ਨਿਸ਼ਾਨ ਆਨਸਰ ਨੂੰ ਆਏਗਾ, ਤਾਂ -14। ਦ ਨੈਕਸਟ ਨੰਬਰ ਇਨ ਦ ਪੈਟਰਨ -50 तो -35 ਕਿਵੇਂ ਆਏਗਾ ਬੇਟਾ? +15 ਕਰ ਲਓ ਤਾਂ -35 ਆਏਗਾ। ਫਿਰ +15 ਕਰ ਲਓ ਤਾਂ -20 ਆਏਗਾ। ਫਿਰ +15 ਕਰ ਲਓ ਤਾਂ ਕਿੰਨਾ ਆਏਗਾ? -5। ਸੋ D option is the right option. Next question. Question number 4. Each packet contains 15 pens. How many pens are there in 120 packets? ਹਰੇਕ ਪੈਕਟ ਵਿੱਚ 15 ਪੈਨ ਹਨ ਤਾਂ 120 ਪੈਕਟਾਂ ਵਿੱਚ ਕਿੰਨੇ ਪੈਨ ਹੋਣਗੇ? ਸਿੰਪਲੀ ਬੇਟਾ 15 ਨੂੰ 120 ਨਾਲ ਕੀ ਕਰਾਂਗੇ ਆਪਾਂ? ਗੁਣਾ ਕਰਾਂਗੇ, ਵੱਧ ਹੀ ਹੋਣਗੇ। ਹਾਊ ਮੈਨੀ ਸੈਕਿੰਡਸ ਆਰ ਦੇयर ਇਨ ਅ ਡੇ? ਇੱਕ ਦਿਨ ਦੇ ਵਿੱਚ ਬੇਟਾ ਕਿੰਨੇ ਸੈਕਿੰਡ ਹੁੰਦੇ? ਪਹਿਲੀ ਗੱਲ ਤਾਂ 24 ਘੰਟੇ ਹੁੰਦੇ ਨੇ, ਇਹ ਹੋ ਗਏ ਆਵਰਸ। ਔਰ ਆਵਰਸ, ਇੱਕ ਆਰ ਦੇ ਵਿੱਚ 60 ਮਿੰਟਸ ਹੁੰਦੇ ਨੇ, ਇਹ ਹੋ ਗਏ ਮਿੰਟ। ਔਰ 1 ਮਿੰਟ ਦੇ ਵਿੱਚ 60 ਸੈਕਿੰਡਸ ਹੁੰਦੇ ਨੇ, ਇਹ ਹੋ ਗਏ ਸੈਕਿੰਡਸ। ਤਾਂ ਇਹ ਟੋਟਲ ਆਪਣੇ ਕੋਲ ਸੈਕਿੰਡਸ ਆ ਗਏ। A ਆਪਸ਼ਨ। ਰੈਸੀਪ੍ਰੋਕਲ ਆਫ 3/5। 3/5 ਦਾ ਉਲਟ ਕ੍ਰਮ ਕੀ ਹੋਏਗਾ ਬੇਟਾ? 5/3। What does 35% means as a fraction? 35% ਜੇ ਤੁਸੀਂ ਪਿੰਨ ਦੇ ਰੂਪ ਵਿੱਚ ਲਿਖੋਗੇ ਤਾਂ ਕੀ ਲਿਖੋਗੇ? 35/100। B option. What is 25% of 200? ਹੁਣ ਬੇਟਾ ਪ੍ਰਤੀਸ਼ਤ ਨੂੰ ਆਪਾਂ ਹਟਾਣਾ ਹੈ ਨਾ, ਤਾਂ ਆਪਾਂ ਕੀ ਕਰਾਂਗੇ? ਡਿਵਾਈਡਡ ਬਾਈ 100 ਕਰਾਂਗੇ, ਠੀਕ ਹੈ। ਤੁਸੀਂ ਆਫ ਦਾ ਜਾਂ ਦਾ ਬਣਾਉਣਾ ਹੈ ਗੁਣਾ, ਔਰ ਪ੍ਰਤੀਸ਼ਤ ਦੀ ਥਾਂ ਤੇ ਨੀਚੇ ਲਗਾਉਣਾ ਹੈ 100। ਤਾਂ ਇਹ ਕੈਂਸਲ ਹੋ ਗਿਆ। 25 ਨੂੰ 2 ਨਾਲ ਗੁਣਾ ਕੀਤਾ, ਕਿੰਨਾ ਆ ਗਿਆ? 50। ਕੁਐਸਚਨ ਨੰਬਰ 13. ਐਕਸਪ੍ਰੈਸ 0.5 ਐਜ਼ ਅ ਪਰਸੈਂਟੇਜ। ਹੁਣ ਆਪਾਂ ਕੀ ਕਰਨਾ ਚਾਹੁੰਦੇ ਹਾਂ? ਪ੍ਰਤੀਸ਼ਤ ਲਗਾਉਣਾ ਚਾਹੁੰਦੇ ਹਾਂ। ਤਾਂ ਜਦੋਂ ਪ੍ਰਤੀਸ਼ਤ ਲਗਾਉਣਾ ਹੋਵੇ ਤਾਂ ਆਪਾਂ ਕੀ ਕਰਨਾ ਹੈ? ਗੁਣਾ 100। 0.5 ਨੂੰ ਆਪਾਂ ਕੀ ਕਰਾਂਗੇ? ਗੁਣਾ 100। ਔਰ ਨੀਚੇ ਦਾ ਪੁਆਇੰਟ ਵੀ ਖਤਮ ਕਰਾਂਗੇ ਤਾਂ ਨੀਚੇ ਆਊਗਾ 10। ਤਾਂ ਇਹ ਪੁਆਇੰਟ ਨੂੰ ਆਪਾਂ ਖਤਮ ਕਰਤੇ ਆ ਤੇ 10 ਨਾਲ 10 ਕੱਟਿਆ ਗਿਆ। 5 ਨੂੰ 10 ਨਾਲ ਗੁਣਾ ਕੀਤਾ, ਕਿੰਨਾ ਆ ਗਿਆ? 50%। ਤੁਸੀਂ ਐਵੇਂ ਵੀ 50% ਨੂੰ ਜੇ ਤੁਸੀਂ ਪ੍ਰਤੀਸ਼ਤ ਵਿੱਚ ਬਦਲਣਾ ਹੋਵੇ
ਤਾਂ ਉਹ ਕੀ ਆ ਗਿਆ 0.5 ਆ ਜਾਏਗਾ। ਠੀਕ ਹੈ ਨਾ। ਇਨ ਅ ਕਲਾਸ ਆਫ 60 ਸਟੂਡੈਂਟਸ 25% ਆਰ ਐਬਸੈਂਟ। 25% ਵੈਸੇ ਬੇਟਾ 1/4 ਹੁੰਦਾ ਹੈ, ਇਹ ਗੱਲ ਤੁਸੀਂ ਹਮੇਸ਼ਾ ਯਾਦ ਰੱਖੋ। 1/4 ਇਜ਼ 25%। ਕਹਿੰਦਾ 25% ਬੱਚੇ ਜਿਹੜੇ ਹੈਗੇ ਹੈ ਉਹ ਐਬਸੈਂਟ ਨੇ, ਤਾਂ ਕਿੰਨੇ ਬੱਚੇ ਪ੍ਰੈਜ਼ੈਂਟ ਹਨ। ਕੁਐਸਚਨ ਨੰਬਰ 14, 60 ਵਿਦਿਆਰਥੀਆਂ ਦੇ ਵਿੱਚੋਂ 25% ਗੈਰ ਹਾਜ਼ਰ ਹਨ, ਤਾਂ ਕਿੰਨੇ ਵਿਦਿਆਰਥੀ ਹਾਜ਼ਰ ਹਨ। ਤਾਂ ਉਹਨੇ ਹਾਜ਼ਰ ਪੁੱਛਿਆ, ਤਾਂ ਪਹਿਲੀ ਗੱਲ ਤਾਂ ਜੇ 25% ਗੈਰ ਹਾਜ਼ਰ ਹਨ ਤਾਂ ਹਾਜ਼ਰ ਕਿੰਨੇ ਹੋਏ 75%। ਠੀਕ ਹੈ, ਤਾਂ 75% ਤੁਸੀਂ ਕਿਹਦਾ ਕੱਢੋਗੇ 60 ਦਾ। ਇਹਨੂੰ ਆਪਾਂ ਸੋਲਵ ਕਰ ਲਓ। ਠੀਕ ਹੈ, 5 2 ਦਾ 10 ਆ ਗਿਆ, 5 15 ਦਾ 75। ਠੀਕ, 2 3 ਦਾ ਤਾਂ 15 ਮਲਟੀਪਲਾਈਡ ਬਾਈ 3 ਕਿੰਨਾ ਆ ਗਿਆ 45 ਬੱਚੇ ਜਿਹੜੇ ਹੈਗੇ ਉਹ ਹਾਜ਼ਰ ਹਨ। ਦੂਸਰੇ ਤਰੀਕੇ ਨਾਲ ਵੀ ਕਰ ਸਕਦੇ ਸੀਗੇ, 60 ਜਾਂ 25% ਤੁਸੀਂ ਕੱਢ ਲੈਂਦੇ, ਯਾਨੀ ਕਿ 1/4, ਤਾਂ ਉਹ ਕਿੰਨਾ ਆਉਣਾ ਸੀਗਾ ਆਪਣੇ ਕੋਲ 15। ਠੀਕ ਹੈ, ਔਰ 60 ਵਿੱਚੋਂ 15 ਮਾਈਨਸ ਕਰਨ ਤਾਂ 45 ਆ ਜਾਂਦਾ। ਇੱਕ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 800 ਤੋਂ 10% ਘੱਟ ਜਾਂਦੀ ਹੈ, ਰਿਡਿਊਸ ਹੋ ਗਈ ਹੈ। ਹੁਣ ਸਕੂਲ ਵਿੱਚ ਕਿੰਨੇ ਵਿਦਿਆਰਥੀਆਂ ਦੀ ਗਿਣਤੀ ਹੈ। In a school's enrollment decreases by 10% from 800 students. What is the new enrollment? ਤਾਂ 800 ਦਾ ਬੇਟਾ ਤੁਸੀਂ ਕੀ ਕਰਨਾ ਹੈ 10% ਕੱਢਣਾ ਹੈ, ਉਹ ਕਿੰਨਾ ਆ ਜਾਏਗਾ ਮੇਰੇ ਕੋਲ 80। ਹੁਣ 80 ਦਾ 10% ਜਿਹੜੇ ਕਿ ਡਿਕਰੀਜ਼ ਹੋਏ ਨੇ, ਔਰ ਬੱਚੇ ਹੁਣ ਕਿੰਨੇ ਬਚ ਗਏ ਨੇ 800 ਵਿੱਚੋਂ 80 ਮਾਈਨਸ ਕਰੋ ਤਾਂ ਕਿੰਨਾ ਆ ਗਿਆ 720। ਸੀ ਆਪਸ਼ਨ। A number increases by 15% and then by 10%. If the original is 100, the final number will be। ਇੱਕ ਨੰਬਰ ਸੰਖਿਆ ਜਿਹੜੀ ਹੈਗੀ ਹੈ ਉਹ 15% ਵੱਧਦੀ ਹੈ ਔਰ ਉਸ ਤੋਂ ਬਾਅਦ 10% ਵੱਧਦੀ ਹੈ। ਜੇ ਮੁੱਲ 100 ਹੈ ਤਾਂ ਨਵੀਂ ਸੰਖਿਆ ਪਤਾ ਕਰੋ। ਦੇਖੋ ਬੇਟਾ ਇਹਨੂੰ ਐਵੇਂ ਨਹੀਂ ਮੰਨ ਲੈਣਾ ਕਿ 25% ਵੱਧ ਗਈ ਹੈ, ਪਹਿਲਾਂ ਆਪਾਂ 15% ਹੀ ਵਧਾਵਾਂਗੇ। 100 ਦਾ 15% ਕੱਢੋਗੇ ਤਾਂ ਸਿੱਧਾ ਕਿੰਨਾ ਹੋ ਗਿਆ ਆਪਣੇ ਕੋਲ 15 ਹੋ ਗਿਆ। ਠੀਕ ਹੈ, ਤਾਂ 15 ਉਹਦੇ ਵਿੱਚ ਵੱਧ ਗਿਆ, ਤਾਂ ਹੁਣ ਨੰਬਰ ਕਿੰਨਾ ਹੋ ਗਿਆ ਆਪਣੇ ਕੋਲ 100 + 15 115। ਹੁਣ 115 ਦਾ 10% ਇਨਕਰੀਜ਼ ਕੀਤਾ, ਇਹਦਾ 10% ਕਿੰਨਾ ਹੋਏਗਾ 115 ਮਲਟੀਪਲਾਈਡ ਬਾਈ 10 ਅਪੋਨ 100 ਯਾਨੀ ਕਿ 11.5। ਹੁਣ ਜੇ ਇਨਕਰੀਜ਼ ਹੋਇਆ ਤਾਂ 115 ਦੇ ਵਿੱਚ 11.5 ਤੁਸੀਂ ਜੋੜੋਗੇ ਤਾਂ ਕਿੰਨਾ ਆ ਜਾਏਗਾ ਮੇਰੇ ਕੋਲ 62। 126.5 ਇੱਕ ਨਵੀਂ ਸੰਖਿਆ ਹੋ ਗਈ ਹੈ। ਤਾਂ 115 ਦਾ 10% ਕਰਨਾ ਸੀਗਾ, ਨਾ ਕਿ 100 ਦਾ, ਔਰ ਜੋ ਆਇਆ ਉਹਨੂੰ ਉਹ ਨਵੀਂ ਸੰਖਿਆ ਵਿੱਚ ਜਿਹੜੀ 15% ਵਧਣ ਤੋਂ ਬਾਅਦ ਬਣੀ ਸੀ ਉਹਦੇ ਵਿੱਚ ਜੋੜਤਿਆ, ਨਵੀਂ ਸੰਖਿਆ ਆ ਗਈ। ਸੀ ਆਪਸ਼ਨ। ਇੱਕ ਪੌਦੇ ਦੀ ਉਚਾਈ 40 ਸੈਂਟੀਮੀਟਰ ਤੋਂ ਵੱਧ ਕੇ 50 ਹੋ ਗਈ ਹੈ, ਪ੍ਰਤੀਸ਼ਤ ਵਾਧਾ ਕਿੰਨਾ ਹੋਇਆ। ਸਾਰੇ 8th ਕਲਾਸ ਦੇ ਕੁਐਸਚਨ ਨੇ ਬੇਟਾ ਇਹ। the height of a plant increases from 40 to 50 centimeters. What is the percentage increase? ਤਾਂ ਪਹਿਲਾਂ increase ਕੱਢਾਂਗੇ ਔਰ ਫਿਰ ਉਹਦੀ ਕੀ ਪਤਾ ਕਰਾਂਗੇ percentage। ਤਾਂ ਅਸਲ ਵਿੱਚ ਵਾਧਾ ਕਿੰਨਾ ਹੋਇਆ 10, ਪਰ ਸ਼ੁਰੂ ਵਿੱਚ ਮੁੱਲ ਕਿੰਨਾ ਸੀਗਾ 40। ਤਾਂ ਕਦੇ ਵੀ ਬੇਟਾ ਜਿਹੜਾ ਇਨਕਰੀਜ਼ ਪਰਸੈਂਟੇਜ ਜਾਂ ਡਿਕਰੀਜ਼ ਪਰਸੈਂਟ ਹੈ ਉਹ ਹਮੇਸ਼ਾ ਸ਼ੁਰੂਆਤੀ ਮੁੱਲ ਜੋ ਇਨਕਰੀਜ਼ ਸ਼ੁਰੂ ਦੇ ਵਿੱਚ ਜੋ ਆਪਣੇ ਕੋਲ ਨੰਬਰ ਸੀ ਉਹਦੇ ਪਰ ਹੀ ਪਰਸੈਂਟੇਜ ਫਾਈਂਡ ਆਊਟ ਕੀਤੀ ਜਾਂਦੀ ਹੈ। ਪ੍ਰਤੀਸ਼ਤ ਕਰਨਾ ਤਾਂ 100 ਨਾਲ ਕਰਾਂਗੇ ਗੁਣਾ, ਮਲਟੀਪਲੀਕੇਸ਼ਨ ਕਰਤੀ, ਕੈਂਸਲੇਸ਼ਨ ਕਰਤੀ, ਓਕੇ, ਤੇ 2 2 ਦਾ 4, 2 5 ਆ ਗਿਆ 10, 2 1 ਦਾ 2, 2 5 ਦਾ 10, ਤਾਂ 5 5 ਦਾ 25% ਹੋ ਗਿਆ ਉਹਦੇ ਵਿੱਚ ਇਨਕਰੀਜ਼। ਠੀਕ ਹੈ, ਹੁਣ ਨੈਕਸਟ ਅੱਗੇ ਚੱਲਦੇ ਹਾਂ ਆਪਾਂ। ਬਹੁਤ ਹੀ ਸਿੰਪਲ ਕੁਐਸਚਨ ਹੈ ਪਰ ਕਨਸੈਪਟ ਕਲੈਰਿਟੀ ਹੋਏਗੀ ਬੇਟਾ ਤੁਹਾਡੀ। 18th ਕੁਐਸਚਨ, ਆਫਟਰ ਅ 10% ਡਿਕਰੀਜ਼ 10% ਡਿਕਰੀਜ਼ ਤੋਂ ਬਾਅਦ the price becomes 90, what was the original price? ਬੇਟਾ ਇਹ ਤਾਂ ਸਿੰਪਲ ਜੀ ਗੱਲ ਹੀ ਹੈ। 100 ਦਾ 10% ਕਿੰਨਾ ਹੈ 10 ਹੈ, ਔਰ 100 ਵਿੱਚੋਂ 10 ਨੂੰ ਆਪਾਂ ਮਾਈਨਸ ਕਰਾਂਗੇ ਤੇ ਕਿੰਨਾ ਹੈ 90। ਓਰੀਜਨਲ ਪ੍ਰਾਈਸ ਕਿੰਨੀ ਸੀਗੀ ਮੇਰੇ ਕੋਲ 100 ਸੀਗੀ। 35% of 400 is closest to 35%। ਹੁਣ ਪ੍ਰਤੀਸ਼ਤ ਆਪਾਂ ਹਟਾਉਣਾ ਚਾਹੁੰਦੇ ਹਾਂ ਤਾਂ ਕੀ ਕਰਾਂਗੇ ਡਿਵਾਈਡ ਕਰਾਂਗੇ 100 ਦੇ ਨਾਲ। ਆ ਕਰ ਲਿਆ, ਇਹ ਕੈਂਸਲ ਕਰ ਲਿਆ, ਇਹਨੂੰ ਮਲਟੀਪਲਾਈ ਕਰੋ। 4 5 ਦਾ ਕਿੰਨਾ ਹੈ 20, 4 3 ਦਾ 12, 12 + 2 14, ਤਾਂ 140 ਆਇਆ ਮੇਰੇ ਕੋਲ ਇਹਦਾ, ਪਰ ਕਲੋਜ਼ੈਸਟ ਟੂ ਕੀ ਹੈ 141। ਇਫ ਅ ਕੁਆਂਟਿਟੀ ਡਿਕਰੀਜ਼ਸ ਬਾਈ 25%, 1/4 ਘਟ ਗਈ ਹੈ, ਹਾਊ ਮਚ ਇਨਕਰੀਮੈਂਟ ਇਜ਼ ਰਿਕਵਾਇਰਡ ਟੂ ਰੀਗੇਨ ਦ ਓਰੀਜਨਲ। ਬਹੁਤ ਹੀ ਇੰਟਰਸਟਿੰਗ ਕੁਐਸਚਨ ਹੈ ਬੇਟਾ। ਆਪਾਂ ਲੱਗਦਾ ਕਿ ਇਹਦਾ ਆਨਸਰ 25% ਹੀ ਆਊਗਾ, ਬਟ ਨਹੀਂ, ਤੁਸੀਂ ਕੁਐਸਚਨ ਸਮਝ ਕੇ ਕਰਨਾ ਹੈ। ਜੇ ਕਿਸੇ ਮਾਤਰਾ ਵਿੱਚ 25% ਦੀ ਕਮੀ ਆ ਜਾਵੇ ਤਾਂ ਮੂਲ ਮਾਤਰਾ ਪ੍ਰਾਪਤ ਕਰਨ ਲਈ ਕਿੰਨੇ ਪ੍ਰਤੀਸ਼ਤ ਵਾਧਾ ਕਰਨਾ ਪਵੇਗਾ। ਇੱਥੇ ਸਿਰਫ ਇਨਕਰੀਮੈਂਟ ਲਿਖਿਆ ਵਾ, ਪਰ ਇਨਕਰੀਮੈਂਟ ਪਰਸੈਂਟੇਜ ਆਉਣਾ ਚਾਹੀਦਾ ਸੀਗਾ। ਹੁਣ ਦੇਖੋ ਐਕਚੁਅਲੀ ਪ੍ਰਤੀਸ਼ਤ ਪੁੱਛਿਆ, ਤਾਂ ਆਪਾਂ ਓਰੀਜਨਲੀ ਮੰਨ ਲੈਂਦੇ ਹਾਂ
कि मेरे को नंबर सीगा 100 और 100 ਦੇ ਵਿੱਚੋਂ 25% ਉਹਦੇ ਵਿੱਚ ਡਿਕਰੀਜ਼ ਹੋਇਆ ਤਾਂ 25 ਸਿੱਧਾ ਮਾਈਨਸ ਕਰ ਦਿਓ ਤਾਂ ਆ ਗਿਆ ਮੇਰੇ ਕੋਲ 75 ਤੋਂ ਹੁਣ ਵਾਪਸ 100 ਲੈ ਕੇ ਆਉਣਾ ਤਾਂ 75 ਦੇ ਵਿੱਚ ਆਪਾਂ 25 ਨੂੰ ਐਡ ਕਰਾਂਗੇ ਤਾਂ 100 ਆ ਗਿਆ ਤਾਂ 25 ਆਪਣਾ ਕੀ ਹੈ ਇਨਕਰੀਮੈਂਟ ਹੈ ਜਾਂ ਕਹਿ ਲਓ ਵਾਧਾ ਹੈ ਠੀਕ ਹੈ ਤਾਂ ਵਾਧਾ ਕਿੰਨਾ ਆ ਗਿਆ 25 ਲੇਕਿਨ ਉਹਨੇ ਵਾਧਾ ਪ੍ਰਤੀਸ਼ਤ ਪੁੱਛਿਆ ਤਾਂ 25 ਆਪਣਾ ਇਨਕਰੀਜ਼ ਹੋਇਆ ਵਾਧਾ ਹੋਇਆ ਔਰ ओरिजिनली ਕਿੰਨਾ ਸੀਗਾ 75 ਡਿਵਾਈਡ ਬਾਈ 75 ਇਨਟੂ ਕਰਾਂਗੇ 100 ਤਾਂ ਇਹਨੂੰ ਡਿਵਾਈਡ ਕਰਾਂਗੇ 3 ਆ ਗਿਆ 100/3 33.33% ਤਾਂ ਇਹ ਗੱਲ ਦਾ ਧਿਆਨ ਰੱਖਣਾ ਹੈ ਜੇ ਸਿਰਫ ਵਾਧਾ ਪੁੱਛੇ ਤਾਂ 25 ਹੀ ਆਨਸਰ ਲੇਕਿਨ ਉਹਨੇ ਪ੍ਰਤੀਸ਼ਤ ਪੁੱਛ ਲਿਆ ਇੱਕ ਵਿਕਰੇਤਾ ਇੱਕ ਬੈਲਟ 300 ਰੁਪਏ ਵਿੱਚ ਖਰੀਦਦਾ ਹੈ 270 ਵਿੱਚ ਵੇਚਦਾ ਹੈ ਹਾਨੀ ਪ੍ਰਤੀਸ਼ਤ ਪਤਾ ਕਰੋ ਤਾਂ ਬੇਟਾ ਹਾਨੀ ਕਿੰਨੀ ਹੋਈ 300 ਤੋਂ 270 ਉਹਦੀ ਹਾਨੀ ਹੋਈ ਹੈ 30 ਯਾਨੀ ਕਿ ਲਾਸ ਹੋਇਆ 30 ਬਟ ओरिजिनली ਉਹਨੇ ਖਰੀਦੀ ਕਿੰਨੇ ਦੀ ਸੀਗੀ 300 ਦੀ ਗੁਣਾ 100 ਤਾਂ ਇਹ ਮੇਰੇ ਕੋਲ ਆ ਗਿਆ 10% ਹਾਨੀ ਪ੍ਰਤੀਸ਼ਤ ਇੱਕ ਦੁਕਾਨਦਾਰ 50 ਕਿਲੋ ਚੌਲ 30 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਖਰੀਦਦਾ ਹੈ 40 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵੇਚਦਾ ਹੈ ਲਾਭ ਪ੍ਰਤੀਸ਼ਤ ਪਤਾ ਕਰੋ ਇੰਗਲਿਸ਼ ਵਿੱਚ ਦੇਖਦੇ ਹਾਂ ਕੁਐਸਚਨ ਅ ਸ਼ਾਪਕੀਪਰ ਬਾਇਜ਼ 50 kg of rice at 30 kg and sells at 40 rupees per kg find the profit percentage ਹੁਣ ਆਪਾਂ ਪ੍ਰੋਫਿਟ ਪਰਸੈਂਟੇਜ ਤਾਂ ਕੱਢਾਂਗੇ ਜੇ ਆਪਾਂ ਨੂੰ ਪ੍ਰੋਫਿਟ ਪਤਾ ਹੋਊਗਾ ਓਕੇ ਤਾਂ ਆਪਣੇ ਕੋਲ ਹੈਗੇ ਨੇ 50 kg ਰਾਈਸ 50 kg ਰਾਈਸ ਨੇ ਠੀਕ ਹੈ ਪਹਿਲਾ ਜਿਹੜਾ ਰੇਟ ਸੀਗਾ ਉਹ ਸੀਗਾ 30 ਰੁਪਏ ਦੇ ਹਿਸਾਬ ਨਾਲ ਤਾਂ ਖਰੀਦ ਮੁੱਲ यानी कि ਉਹਦਾ ਕਾਸਟ ਪ੍ਰਾਈਸ ਕਿੰਨਾ ਆ ਗਿਆ ਮੇਰੇ ਕੋਲ 30 ਗੁਣਾ 50 यानी कि 1500 ਰੁਪੀਸ ਦਾ ਉਹਨੇ ਖਰੀਦਿਆ ਔਰ ਉਹਦਾ ਸੈਲਿੰਗ ਪ੍ਰਾਈਸ ਉਹ ਕਿਹਦੇ ਹਿਸਾਬ ਨਾਲ ਸੀ 50 ਰੁਪੀਸ ਦੇ ਹਿਸਾਬ ਨਾਲ ਤਾਂ ਉਹਦਾ ਸੈਲਿੰਗ ਪ੍ਰਾਈਸ ਕਿੰਨਾ ਹੋਇਆ 40 × 50 ਸਾਰੇ ਦੇ ਸਾਰੇ ਵੇਚਦੇ ਨਾ ਤਾਂ 2000 ਰੁਪੀਸ ਹੋਇਆ ਓਕੇ ਹੁਣ ਇਹਦਾ ਮਤਲਬ ਉਹਨੇ ਵੱਧ ਵਿੱਚ ਵੇਚੇ ਨੇ ਤਾਂ ਉਹਦਾ ਪ੍ਰੋਫਿਟ ਕਿੰਨਾ ਹੋਇਆ 2000 ਵਿੱਚੋਂ 1500 ਆਪਾਂ ਮਾਈਨਸ ਕਰਾਂਗੇ ਆ ਗਿਆ 500 ਲੇਕਿਨ ਪਰਸੈਂਟੇਜ ਕੱਢਣੀ ਹੈ ਤਾਂ ਡਿਵਾਈਡਡ ਬਾय ਉਹਦਾ ओरिजिनल ਖਰੀਦ ਮੁੱਲ 1500 ਮਲਟੀਪਲਾਈਡ ਬਾय 100 ਕੈਂਸਲੇਸ਼ਨ ਹੋ ਗਈ ਠੀਕ ਤਾਂ 5 ਦਾ ਟੇਬਲ ਪੜੋ 5 3 15 और आ गया 100/3 बेटा हमेशा याद रखो 33.33% आंसर आता है राउंड अबाउट ठीक है सो अपना आंसर आ गया डी ऑप्शन इज द राइट ऑप्शन क्वेश्चन नंबर 23 है मार्क्ड प्राइस ऑफ अ पेन इज ₹40 सोल्ड at 10% डिस्काउंट फाइंड द सेलिंग प्राइस एक 10% कमी तो बाद कीमत एक पेन का अंकित मूल 40 रुपए है 10% छूट ते बेचा जाता है विक्री मूल पता करो सैलिंग प्राइस पता करनी है ठीक अंकित मूल MRP हैगा है 40 का तुसी 10% पता कर रहे हो तो कितना आ जाएगा मेरे को 4 रुपए ਤਾਂ ਵੇਚਿਆ ਕਿੰਨੇ ਦਾ ਹੋਏਗਾ ਜਿੰਨਾ ਉਹਦਾ ਕੀਮਤ ਸੀ ਉਹਦੇ ਵਿੱਚੋਂ 4 ਰੁਪਏ ਡਿਸਕਾਊਂਟ ਆਪਾਂ ਮਾਈਨਸ ਕਰਤੇ ਕਿੰਨਾ ਆ ਗਿਆ 36 ਰੁਪੀਸ ਇਜ਼ ਦਾ ਆਨਸਰ ਮੂੰਹ ਜਵਾਨੀ ਵੀ ਬੇਟਾ ਕੱਢ ਸਕਦੇ ਸੀ ਤੁਸੀਂ ਮੂਲਧਨ ਪ੍ਰਿੰਸੀਪਲ ਇਜ਼ 600 ਰੇਟ ਇਜ਼ 5% ਐਂਡ ਟਾਈਮ ਇਜ਼ 2 ਇਅਰਸ ਤਾਂ ਸਧਾਰਨ ਵਿਆਜ ਸਿੰਪਲ ਇੰਟਰਸਟ ਫਾਈਂਡ ਆਊਟ ਕਰਨਾ ਹੈ ਫਾਰਮੂਲਾ ਤੁਹਾਨੂੰ ਪਤਾ ਹੀ ਹੈ PRT upon 100 P कितना है 6000 है R है 5 और टाइम है 2 अपॉन अपा करना है 100 10 × 60 तक कितना आ गया मेरे को 600 रुपीज बी ऑप्शन इज द राइट ऑप्शन ब्याज की दर सालाना पता करो R पता करना चाहते हैं रेट जेकर 1500 की राशि यानी कि प्रिंसीपल 1500 एक साल विच टाइम 1 ईयर 1650 बन जावे क्वेश्चन नंबर 25 find the rate of interest which is annual if 1500 becomes 1650 in 1 year so अपने को क्वेश्चन की है बेटा 1650 रकम बन चुकी है यानी कि एन अमाउंट जेड़ा है वो इन्ना है और प्रिंसीपल सीगा 1500 ਤਾਂ 150 ਜਿਹੜਾ ਹੈ ਉਹ ਸਿੰਪਲ ਇੰਟਰਸਟ ਹੋਇਆ ਹੁਣ ਆਪਾਂ ਸਿੰਪਲ ਇੰਟਰਸਟ ਦਾ ਫਾਰਮੂਲਾ ਲਗਾ ਲੈਂਦੇ ਹਾਂ SI = PRT upon 100 ठीक है सो 150 इज इक्वल टू 1500 R कितना है R पता करना चाहते हैं टाइम 1 ईयर है अपॉन 100
इत्थों कैंसल किया 15 ਨੂੰ इत्थों कैंसल करांगे तो आर कितना आ जाएगा बेटा सिंपली 10% इज द आंसर। तो बी ऑप्शन इज द राइट ऑप्शन। 0.5 प्लस 2.4 माइनस 0.3 मल्टीप्लाइड बाय 2.0। क्वेश्चन सिंपल ही है बेटा, ध्यान देने वाली ये गल है कि मल्टीप्लीकेशन पहला होएगी, इधरों तुसी प्लस कर लो, आ माइनस वाला काम आप बाद च करांगे। ठीक है, सो 0.5 और 2.4 ਨੂੰ ਜਦੋਂ ਐਡ ਕਰਾਂਗੇ ਤਾਂ ਆ ਜਾਏਗਾ ਮੇਰੇ ਕੋਲ 2.9। 0.3 ਨੂੰ 2.0 ਨਾਲ ਜਦੋਂ ਮਲਟੀਪਲਾਈ ਕਰਾਂਗੇ ਤਾਂ ਆ ਜਾਏਗਾ 6 आ जाएगा, और पॉइंट तो बाद एक संख्या था 0.6। ठीक है, आ पॉइंट नहीं हैगा इत्थे। हाँ जी, हुण इन्हां दोनों नूं करना है माइनस, तो 0.6 करते हैं माइनस, तो आंसर की आ गया मेरे को 2.3। बी ऑप्शन इज द राइट ऑप्शन। क्वेश्चन नंबर 27, हेठ लिखा बच्चों किहड़ी उचित भिन्न है, यानी कि प्रॉपर फ्रैक्शन। प्रॉपर फ्रैक्शन की बेटा की पहचान होंदी है, न्यूमरेटर इज लैस दैन डिनोमीनेटर, दैट इज अपने कोल जिहड़ा अंश है, अंश हर नालों होएगा छोटा, उहदे पे सिर्फ सी ऑप्शन इज द राइट ऑप्शन। क्वेश्चन नंबर 28, जेकर एक चॉकलेट नूं 10 बराबर हिस्सों में वंडिया जाता है, अर्जुन 4 हिस्से खाता है, तो बाकी हिस्से की भिन्न किहड़ी है। 10 टोटल ने, 4 उन्हें खा ले, तो किन्ने बच गए, 6 बच गए, तो 6/10। 80 विद्यार्थियों में 3/5 लड़के हैं, तो लड़कियों की संख्या पता करो। हुण जे 3/5 अपने कोल बॉयज़ ने, तो बचे कि तो अपने कोल किन्ने बच गए बेटा, 2/5। एक ही हो गया अपने कोल गर्ल्स, तो 2/5 मल्टीप्लाइड बाय 80, 16 2 का कितना आ गया मेरे को 32। क्वेश्चन नंबर 30, एक मोटरसाइकिल सवार 3 घंटिया विच अपनी यात्रा का 2/5 हिस्सा तय करता है। जे कुल यात्रा 150 किलोमीटर है तो वह कितनी दूरी तय कर चुकिया है, यानी कि तुसी 150 का 2/5 पता करना चाहते हो। इंग्लिश विच क्वेश्चन देख लेंगे हैं। अ बाइकर कवर्स 2.5 ऑफ द जर्नी इन 3 आवर्स, टोटल जर्नी इज 150 किलोमीटर, हाउ फार हैज़ ही ट्रैवल। टाइम का तो कोई मतलब है ही नहीं, तो 2/5 मल्टीप्लाइड बाय 150, 30 मल्टीप्लाइड बाय 2 कितना आ गया मेरे को 60 किलोमीटर वो चल चुके, बाकी बचा हुआ। 3/5 ऑफ अ बैग कंटेन्स 45 kg ऑफ व्हीट, व्हाट इज द टोटल कैपेसिटी। 3/5 एक्स टोटल कैपेसिटी का किहदे बराबर है, 45 के बराबर है। ठीक है, हुण आपां ये पता करना है कि एक्स की कीमत की है। एक्स किहदे बराबर होगा, 45 मल्टीप्लाइड बाय 5 डिवाइडेड बाय 3, 15 5 75, 75 kg is the total capacity of the bag. 32, a bundle weighs 3.25 kg, what is the weight of 6 bundles। 32 सिंपल क्वेश्चन है बेटा, एक बंडल का भार 3.25 किलो है, अजे 6 बंडलों का भार की है, तो 3.25 ਨੂੰ ਤੁਸੀਂ ਮਲਟੀਪਲਾਈਡ ਕਰਨਾ है 6 ਦੇ ਨਾਲ, कर लेंगे हैं। ओके, 6 5 30, 0 कैरी ओवर 3, 6 2 12, 12 plus 3 15, 5 कैरी ओवर 1, 6 3 18 plus 1 19। हुण पॉइंट कित्थे लगेगा, 1 2 1 2, 19.5 kg इज द आंसर। देखते हैं आप 32nd क्वेश्चन का आंसर, सी ऑप्शन इज द राइट ऑप्शन। 33, किसी वस्तु का मुल 100 है, छूट 12.50 है, छूट वस्तु के मुल का किन्नवा हिस्सा है। किन्नवा हिस्सा पूछ रहा बेटा, जस्ट मार्क्स की गल ही होगी ना, इन्ने चो इन्ने आए ने बस। ₹100 देयर इज अ डिस्काउंट ऑफ 12.50, वट फ्रैक्शन ऑफ द प्राइस इज द डिस्काउंट, तो तुसी 12.50 अपॉन 100 कर देना। ठीक है, हम तुसी तो 0 नाल 0 नहीं कैंसल करनी हैगी। देखो आपां 1250 के पहला पॉइंट रिमूव करांगे, पॉइंट तो बाद 2 नंबर्स लिखे ने ना, तुसी इत्थे 100 लगा लो, एक 100 पहला ही सीगा। ठीक है, हुण कैंसल करो, आ कैंसलेशन होगी। हुण 5 का टेबल आपां पढ़िए बेटा, 25 का टेबल पढ़ लो, 25 मल्टीप्लाइड बाय 5 और 25 मल्टीप्लाइड बाय 4 आ गया। फिर 5 1 ज़ा 5, 5 2 ज़ा 10, तो ये बच गया 1/4 2 ज़ा 8, 1/8, 1/8वां हिस्सा है। अ स्टूडेंट स्कोर 42 आउट ऑफ 60, फाइंड दिस टोटल परसेंटेज। बेटा ये क्वेश्चन थानू वैसे भी आना चाहिए है, क्यों तुसी हमेशा ही अपने मार्क्स की परसेंटेज कढ़ना भुल जाते हो, कन्फ्यूज हो जाते हो। किन्नियां चो किन्ने
42 ਮਾਰਕਸ ਆਏ ਆ, ਕਿੰਨਿਆਂ ਚੋਂ ਆਏ ਨੇ 62 ਆਏ ਨੇ। ਆ ਲਿਖ ਲਿਆ ਔਰ ਮਲਟੀਪਲਾਈਡ ਬਾय ਕਰ ਦੋ 100 ਜਦੋਂ ਆਪਾਂ ਪਰਸੈਂਟੇਜ ਕੱਢਣਾ ਚਾਹੁੰਦੇ ਹਾਂ। ਹੁਣ ਇਹਨੂੰ ਕਰ ਲਓ ਕੈਂਸਲ, ਸਿੰਪਲ। 0 ਨਾਲ 0 ਕੈਂਸਲ ਹੋ ਗਈ। 6 7s are 42, 7 10s are 70% ਮਾਰਕਸ ਆ ਗਏ। Which of the following represents fraction 1750 upon 1000? 1750 ਲਿਖਿਆ upon 1000 ਲਿਖਿਆ, ਪਹਿਲਾਂ 0 ਕੈਂਸਲ ਕਰ ਲਿਆ। 175 upon 100 ਆ ਗਿਆ, ਆਪਾਂ 100 ਹਟਾਉਣਾ ਚਾਹੁੰਦੇ ਹਾਂ ਤਾਂ 1 2 ਇੱਥੇ 1.75 ਆਂਸਰ ਆ ਗਿਆ। ਪਿੱਛੇ 0 ਵੀ ਲੱਗੇ ਹੋਵੇ ਕੋਈ ਗੱਲ ਨਹੀਂ, ਆਏ ਠੀਕ ਆਂਸਰ। A cyclist travels 6.5 km in 15 minutes. How much distance will they cover in 1 hour? 1 hour मतलब 60 ਮਿੰਟ। ਹੁਣ ਤੁਸੀਂ ਦੋ ਤਰੀਕੇ ਨਾਲ ਕੁਐਸਚਨ ਕਰ ਸਕਦੇ ਹੋ। ਦੇਖੋ 6.5 ਕਿਲੋਮੀਟਰ ਔਰ ਇੱਥੋਂ 15 ਮਿੰਟਸ। ਹੁਣ 15 ਮਿੰਟ ਦੇ ਕਿੰਨੇ ਬਣਾਉਣੇ ਨੇ 60 ਮਿੰਟ, ਤਾਂ ਕੀ ਕਰੋਗੇ ਮਲਟੀਪਲਾਈਡ ਬਾय 4, ਇਹਨੂੰ ਵੀ ਮਲਟੀਪਲਾਈਡ ਬਾय 4 ਕਰ ਦਿਓ। 4 5s are 20, 0 ਕੈਨੇਵਰ 2, 24 plus 2 26, ਇੱਥੇ ਲੱਗ ਗਿਆ ਪੁਆਇੰਟ, ਤਾਂ ਆਂਸਰ ਆ ਗਿਆ 26 ਕਿਲੋਮੀਟਰ। ਅਗਰ ਐਵੇਂ ਸਮਝ ਨਹੀਂ ਆਉਂਦਾ ਤਾਂ ਤੁਸੀਂ ਇਸ ਤਰੀਕੇ ਨਾਲ ਕਰ ਲਓ ਬੇਟੇ। 15 ਮਿੰਟਸ 6.5 ਕਿਲੋਮੀਟਰਸ, 1 ਮਿੰਟ ਦੇ ਵਿੱਚ ਕਿੰਨਾ 6.5 upon 15 ਔਰ 60 ਮਿੰਟਸ ਦੇ ਵਿੱਚ ਕਿੰਨਾ 6.5 upon 15 ਮਲਟੀਪਲਾਈਡ ਬਾय 60। ਹੁਣ ਕੈਂਸਲ ਕਰੋਗੇ ਤਾਂ ਵੀ ਤੁਸੀਂ 4 ਨਾਲ ਹੀ ਮਲਟੀਪਲਾਈ ਕਰ ਰਹੇ ਹੋ। ਦੇਖੋ ਸੇਮ ਚੀਜ਼ ਆ ਗਈ ਨਾ ਬੇਟਾ, ਬਿਲਕੁਲ ਸੇਮ ਚੀਜ਼ ਆ ਗਈ ਇੱਥੇ। ਆ ਵੀ ਆਪਾਂ 4 ਨਾਲ ਮਲਟੀਪਲਾਈ ਕਰ ਰਹੇ ਸੀਗੇ। ਇਹ ਸੀ ਤੁਹਾਡੀ 5th ਵਰਕਸ਼ੀਟ, ਬਹੁਤ ਹੀ ਸਿੰਪਲ ਸੀਗੀ, ਬਟ ਮੈਂ ਕਰਵਾਈ ਹੈ ਤਾਂ ਸ਼ਾਇਦ ਤੁਹਾਨੂੰ ਜ਼ਿਆਦਾ ਸਿੰਪਲ ਲੱਗੇ। ਜਦ ਤੁਸੀਂ ਆਪ ਪ੍ਰੈਕਟਿਸ ਕਰੋਗੇ ਤਾਂ ਕੁਐਸਚਨ ਬਾਰੇ ਸੋਚੋਗੇ ਔਰ ਉਹਨੂੰ ਵੱਧ ਚੰਗੀ ਤਰ੍ਹਾਂ ਸਮਝੋਗੇ। ਮੈਥਸ ਬੇਟਾ ਪੜ੍ਹਨੇ ਨਾਲ ਨਹੀਂ ਆਉਂਦਾ ਹੈਗਾ, ਮੈਥਸ ਕਰਨੇ ਨਾਲ ਆਉਂਦਾ ਹੈ। ਅਗਰ ਤੁਸੀਂ ਚੈਨਲ ਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਔਰ ਜਿੱਥੇ ਵੀ ਤੁਹਾਨੂੰ ਕਿਸੇ ਕੁਐਸਚਨ 'ਚ ਪ੍ਰੋਬਲਮ ਆਉਂਦੀ ਹੈ WhatsApp ਨੰਬਰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ, ਤੁਸੀਂ ਸਕਰੀਨਸ਼ਾਟ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਮੈਂ ਤੁਹਾਡੇ ਕੁਐਸਚਨਸ ਦਾ ਆਨਸਰ ਜ਼ਰੂਰ ਦੇਵਾਂਗੀ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।